ਦੇਖੋ ਸਰਕਾਰ ਬਹੁਤ ਪ੍ਰਤੀਬੱਧ ਹੈ ਕਿਸਾਨਾਂ ਦੀ ਭਲਾਈ ਲਈ। ਹੁਣ ਤੁਸੀਂ ਅਗਰ 7 ਸਾਲ ਦਾ ਨਰਿੰਦਰ ਮੋਦੀ ਸਰਕਾਰ ਦਾ ਰਿਕਾਰਡ ਦੇਖੋਗੇ, ਜਿੰਨੇ ਕਿਸਾਨਾਂ ਦੀ ਭਲਾਈ ਲਈ ਕੰਮ ਨਰਿੰਦਰ ਮੋਦੀ ਜੀ ਨੇ ਕੀਤੇ, ਕਿਸੇ ਸਰਕਾਰ ਨੇ ਨਹੀਂ ਕੀਤੇ। ਪਿਛਲੇ 7 ਸਾਲਾਂ 'ਚ MSP 2.5 ਗੁਣਾ ਵਧੀ ਪਿਛਲੀਆਂ ਸਰਕਾਰਾਂ ਨਾਲੋਂ। ਸਰਕਾਰੀ ਖਰੀਦ ਵਧੀ। ਕਿਸਾਨ ਕ੍ਰੈਡਿਟ ਕਾਰਡ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਸਸਤੀ ਦਰ ਤੇ ਕਰਜ਼ਾ ਦੇਣ ਦਾ ਰਿਕਾਰਡ ਦੇਖ ਲਓ। ਪਿਛਲੇ ਮਹੀਨੇ ਹੀ ਨਵੀਂ ਘੋਸ਼ਣਾ ਹੋਈ ਹੈ ਕਿ 1 ਲੱਖ ਕਰੋੜ ਰੁਪਈਆ ਸਰਕਾਰੀ ਮੰਡੀਆਂ ਦੇ ਆਧੁਨਿਕੀਕਰਨ ਔਰ ਉਹਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਦਿੱਤਾ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਮਾਧਿਅਮ ਨਾਲ ਦੇਸ਼ ਦੇ ਲੱਖਾਂ ਕਿਸਾਨਾਂ ਦੇ ਖਾਤੇ 'ਚ, ਉਹਦੇ 'ਚ ਪੰਜਾਬ ਦੇ ਵੀ 8 ਲੱਖ ਕਿਸਾਨ ਨੇ। ਪਹਿਲੀ ਵਾਰ ਐਸਾ ਹੋਇਆ ਹੈ ਕਿ ਪੈਸਾ ਕਿਸਾਨ ਦੀ ਫਸਲ ਦਾ ਕਿਸਾਨ ਦੇ ਖਾਤੇ 'ਚ ਆਇਆ ਹੈ। ਲੱਖਾਂ ਰੁਪਈਆ ਉਹਨਾਂ ਦੇ ਖਾਤਿਆਂ 'ਚ ਆਇਆ। ਪਹਿਲੀ ਵਾਰੀ ਕਿਸਾਨ ਨੂੰ ਮਹਿਸੂਸ ਹੋਇਆ ਕਿ ਯਾਰ ਇਹ ਮੇਰਾ ਪੈਸਾ ਤੇ ਸਿੱਧਾ ਮੈਨੂੰ ਮਿਲਿਆ, ਮੈਨੂੰ ਇਸ ਪੈਸੇ ਲਈ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਹੈ। ਖਾਦ ਦੇ ਰੇਟ ਵਧੇ, 2400 ਰੁਪਇਆ ਸਰਕਾਰ ਨੇ ਡਬਲ ਸਬਸਿਡੀ ਕਰਕੇ 1200 ਤੇ ਲਿਆ ਕੇ DAP ਕਿਸਾਨ ਨੂੰ ਦਿੱਤੀ ਹੈ। ਮੈਂ ਸਮਝਦਾ ਇਹ ਸਾਰੇ ਕਦਮ ਐਸੇ ਨੇ ਜਿਹੜੇ ਗੱਲ ਦਾ ਪ੍ਰਗਟਾਵਾ ਕਰਦੇ ਨੇ ਕਿ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਬੜੀ ਪ੍ਰਤੀਬੱਧ ਹੈ ਔਰ ਲਗਾਤਾਰ ਕੰਮ ਕਰ ਰਹੀ ਹੈ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਲਗਾਤਾਰ ਇਸ ਗੱਲ ਨੂੰ, ਆਪਣੇ ਸੰਕਲਪ ਨੂੰ ਵੀ ਦੁਹਰਾਉਂਦੇ ਨੇ ਕਿ ਅਸੀਂ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ। ਇਸੇ ਗੱਲ ਨੂੰ ਲੈ ਕੇ ਇਹ ਕਾਨੂੰਨ ਵੀ ਲੈ ਕੇ ਆਂਦੇ ਗਏ। ਕਾਨੂੰਨਾਂ ਦੇ ਬਾਰੇ 'ਚ ਕੁਝ ਜਥੇਬੰਦੀਆਂ ਨੇ ਵਿਰੋਧ ਜਤਾਇਆ। ਪੂਰੇ ਹਿੰਦੁਸਤਾਨ 'ਚ ਤਾਂ ਸਮਰਥਨ ਹੀ ਹੈ ਇਹਦਾ, ਲੇਕਿਨ ਪੰਜਾਬ 'ਚ, ਹਰਿਆਣੇ ਦੇ ਕੁਝ ਹਿੱਸੇ 'ਚ ਜਾਂ ਵੈਸਟਰਨ UP ਦੇ ਕੁਝ ਹਿੱਸੇ 'ਚ ਇਹਦਾ ਵਿਰੋਧ ਵੀ ਹੋ ਰਿਹਾ। ਕੁਝ ਜਥੇਬੰਦੀਆਂ ਵਿਰੋਧ 'ਚ ਵੀ ਨੇ। ਸਰਕਾਰ ਉਹਨਾਂ ਦੇ ਵਿਰੋਧ ਨੂੰ ਵੀ ਬੜੇ ਪੋਜ਼ਿਟਿਵ ਤਰੀਕੇ ਨਾਲ ਸਰਕਾਰ ਨੇ ਲਿਆ। ਔਰ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਸਰਕਾਰ ਦਾ ਇਹ ਮੰਨਣਾ ਸੀ ਕਿ ਕਾਨੂੰਨ ਹਿੱਤ 'ਚ ਨੇ, ਅਸੀਂ ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਜਾਵਾਂਗੇ। ਲੇਕਿਨ ਸਰਕਾਰ ਨੂੰ ਲੱਗਿਆ ਕਿ ਨਹੀਂ, ਅਸੀਂ ਨਹੀਂ ਸਮਝਾ ਪਾ ਰਹੇ ਹਾਂ, ਉਹਨਾਂ ਦੀ ਜ਼ਿੱਦ ਹੈ, ਤੇ ਸਰਕਾਰ ਕਈ ਕਦਮ ਅੱਗੇ ਵਧੀ। ਸਰਕਾਰ ਨੇ ਕਿਹਾ ਦੱਸੋ ਕੀ ਗਲਤੀਆਂ ਅਸੀਂ ਸੋਧ ਕਰਨ ਨੂੰ ਤਿਆਰ ਹਾਂ। ਸਰਕਾਰ ਨੂੰ ਲੱਗਿਆ ਕਿ ਫਿਰ ਵੀ ਜ਼ਿੱਦ ਜ਼ਿਆਦਾ ਹੈ, ਤੇ ਸਰਕਾਰ ਹੋਰ ਅੱਗੇ ਵਧੀ ਔਰ ਇੱਥੋਂ ਤੱਕ ਵੀ ਆਫਰ ਕਰਤੀ ਕਿ ਅਸੀਂ 1.5 ਸਾਲ ਇਸ ਕਾਨੂੰਨ ਹੀ ਮੁਲਤਵੀ ਕਰ ਦਿੰਦੇ ਹਾਂ, ਸਾਰੇ ਹਿੰਦੁਸਤਾਨ 'ਚ ਮੁਲਤਵੀ ਕਰ ਦਿੰਦੇ ਹਾਂ। ਹਾਲਾਂਕਿ ਹਿੰਦੁਸਤਾਨ ਦੇ ਬਾਕੀ ਰਾਜਾਂ ਨੂੰ ਉਸ ਤਰ੍ਹਾਂ ਦਾ ਉਹਨਾਂ ਨੂੰ ਇਤਰਾਜ਼ ਨਹੀਂ ਸੀ। ਮੈਨੂੰ ਲੱਗਦਾ ਉਸ ਦਿਨ ਅੰਦੋਲਨ ਖਤਮ ਹੋ ਜਾਣਾ ਚਾਹੀਦਾ ਸੀ, ਕਿਉਂਕਿ ਜਦੋਂ 1.5 ਸਾਲ ਲਈ ਕਾਨੂੰਨ ਮੁਲਤਵੀ ਹੋ ਗਏ ਔਰ ਸਰਕਾਰ ਨੇ ਕਿਹਾ ਉਹ ਬੈਠ ਕੇ ਵਿਚਾਰ ਕਰਦੇ ਹਾਂ, ਜੋ ਕਾਨੂੰਨ 'ਚ ਖਰਾਬੀਆਂ ਹੈ ਉਹਨੂੰ ਠੀਕ ਕਰਕੇ ਅੱਛੇ ਕਿਸਾਨ ਦੀ ਬਿਹਤਰੀ ਦੇ ਕਾਨੂੰਨ ਬਣਾ ਕੇ ਦੁਬਾਰਾ ਲਾਗੂ ਕਰ ਦਿਆਂਗੇ। ਲੇਕਿਨ ਇੱਕ ਜ਼ਿੱਦ ਹੈ ਔਰ ਉਸ ਜ਼ਿੱਦ ਦੇ ਕਰਕੇ ਅੰਦੋਲਨ ਖਤਮ ਨਹੀਂ ਹੋ ਰਿਹਾ। ਔਰ ਇਹ ਜ਼ਿੱਦ ਇਸ ਕਰਕੇ ਹੈ, ਮੈਨੂੰ ਜੋ ਲੱਗਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ, ਔਰ ਖਾਸ ਕਰਕੇ ਪੰਜਾਬ ਦੇ ਆਮ ਕਿਸਾਨ ਨੂੰ, ਕਿਸਾਨ ਵੀਰਾਂ ਨੂੰ ਇਸ ਗੱਲ ਦਾ ਹੁਣ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਜ਼ਿੱਦ ਦੇ ਪਿੱਛੇ ਕਿਤੇ ਕੋਈ ਰਾਜਨੀਤਿਕ ਮਹੱਤਵਾਕਾਂक्षा ਤਾਂ ਨਹੀਂ ਹੈ। ਇਸ ਜ਼ਿੱਦ ਦੇ ਪਿੱਛੇ ਕਿਤੇ ਕੋਈ ਪੋਲੀਟੀਕਲ, ਜਿਹਨੂੰ ਕਹਿ ਲਓ ਕਿ ਮੋਟਿਵ ਤਾਂ ਨਹੀਂ ਹੈ। ਸੋ ਇਹ ਰਾਜਨੀਤੀ ਤੋਂ ਹੀ ਪ੍ਰੇਰਿਤ ਲੱਗਦਾ ਹੈ, ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਇਹਨਾਂ ਜਥੇਬੰਦੀਆਂ 'ਚ ਵੀ ਐਸੀਆਂ ਨੇ, ਤਾਕਤਾਂ ਐਸੀਆਂ ਨੇ ਜਿਨ੍ਹਾਂ ਦਾ ਇੱਕਮਾਤਰ ਏਜੰਡਾ ਮੋਦੀ ਦਾ ਵਿਰੋਧ ਕਰਨਾ, ਮੋਦੀ ਸਰਕਾਰ ਦਾ ਵਿਰੋਧ ਕਰਨਾ ਹੈ। ਔਰ ਉਹ ਕੋਈ ਵੀ ਕੰਮ ਹੋਵੇ ਉਹਦਾ ਵਿਰੋਧ ਕਰਦੇ ਹੀ ਨੇ। ਇਸ ਕਰਕੇ ਹੁਣ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਵੀ, ਪੰਜਾਬ ਦੇ ਕਿਸਾਨ ਵੀਰਾਂ ਨੂੰ ਵੀ ਯੂਨੀਅਨਾਂ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਸਰਕਾਰ ਨੇ ਤੁਹਾਨੂੰ ਇੱਕ ਆਫਰ ਦਿੱਤੀ ਹੈ। ਸਰਕਾਰ ਬਾਰ-ਬਾਰ ਇਹ ਗੱਲ ਕਹਿ ਰਹੀ ਹੈ, ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ, ਸਾਡੇ ਖੇਤੀ ਮੰਤਰੀ ਨੇ ਵੀ ਕਿਹਾ, ਲਗਾਤਾਰ ਉਹ ਇਹ ਗੱਲ ਕਹਿ ਰਹੇ ਨੇ ਕਿ ਅਗਰ ਤੁਹਾਨੂੰ ਸਾਡਾ ਫਾਰਮੂਲਾ ਮਨਜ਼ੂਰ ਨਹੀਂ ਹੈ, ਤੁਸੀਂ ਕੋਈ ਇਸ ਤੋਂ ਬਿਹਤਰ ਆਫਰ ਲੈ ਕੇ ਆ ਜਾਓ, ਆਓ ਬੈਠ ਕੇ ਗੱਲਬਾਤ ਕਰਦੇ ਹਾਂ। ਲੇਕਿਨ ਜਿਹੜੀ ਇਹ ਜ਼ਿੱਦ ਫੜੀ ਹੋਈ ਹੈ ਕਿ ਕਾਨੂੰਨ ਰੱਦ ਹੋਣਗੇ ਤੇ ਗੱਲ ਹੋਏਗੀ, ਮੈਂ ਸਮਝਦਾ ਇਸ ਜ਼ਿੱਦ ਨੂੰ ਛੱਡਣਾ ਚਾਹੀਦਾ ਹੈ। ਗੱਲਬਾਤ ਨਾਲ ਹੀ ਮਸਲੇ ਦਾ ਹੱਲ ਨਿਕਲੇਗਾ ਔਰ ਕਿਸਾਨਾਂ ਨੂੰ ਟੇਬਲ ਤੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਕਾਨੂੰਨਾਂ 'ਚ ਜੋ ਵੀ ਸੁਧਾਰ ਕਰ ਸਕਦੇ ਹਾਂ ਉਹ ਕਰਨੇ ਚਾਹੀਦੇ ਹੈ। ਕਿਸਾਨ ਯੂਨੀਅਨਾਂ ਇਹ ਗੱਲ ਕਹਿ ਰਹੀਆਂ ਸੀ, ਸਰਕਾਰ ਕਹਿ ਰਹੀ ਸੀ ਕਾਨੂੰਨ ਬਿਲਕੁਲ ਠੀਕ ਨੇ, ਲੇਕਿਨ ਸਰਕਾਰ ਨੇ ਤਾਂ ਜ਼ਿੱਦ ਛੱਡਤੀ। ਸਰਕਾਰ ਨੇ ਕਿਹਾ ਠੀਕ ਹੈ, ਜੋ ਗਲਤ ਹੈ ਲਿਆਓ, ਅਸੀਂ ਠੀਕ ਕਰ ਦਿੰਦੇ ਹਾਂ। ਇਹਨਾਂ ਨੇ ਕਿਹਾ, ਸਰਕਾਰ ਨੇ ਉਹ ਸਾਰੀਆਂ ਸੋਧਾਂ ਵੀ ਮੰਨ ਲਈਆਂ, 8 ਸੋਧਾਂ ਮੰਨ ਕੇ ਇਹਨਾਂ ਨੂੰ ਦੱਸਿਆ ਕਿ ਤੁਹਾਡੀਆਂ 8 ਸੋਧਾਂ ਮੰਨ ਲਈਆਂ। ਫਿਰ ਕਿਹਾ ਕਿ 1.5 ਸਾਲ ਲਈ ਮੁਲਤਵੀ ਕਰ ਦਿੰਦੇ ਹਾਂ। ਕਿਆ ਇਹ ਇੱਕ ਵੀ ਕਦਮ ਅੱਗੇ ਵਧੇ? ਜ਼ਿੱਦੀ ਕੌਣ ਹੈ? ਦੇਖੋ ਗੱਲਬਾਤ ਤੇ ਤਾਂ ਹੋਏਗੀ ਨਾ ਕਿ ਅਸੀਂ ਇੱਕ ਆਫਰ ਦਿੱਤੀ, ਤੁਸੀਂ ਇੱਕ ਆਫਰ ਦਿੱਤੀ। ਸਰਕਾਰ ਨੇ ਇੱਕ ਆਫਰ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਤੁਸੀਂ ਇਸ ਆਫਰ ਨੂੰ 1.5 ਸਾਲ ਮੁਲਤਵੀ ਕਰਨ ਤੋਂ ਬਾਅਦ ਬਚਿਆ ਕੀ ਹੈ? 1.5 ਸਾਲ ਮੁਲਤਵੀ ਕਰਕੇ ਕਮੇਟੀ ਬਣਾ ਕੇ ਜੋ ਮਰਜ਼ੀ ਵਿਚਾਰਾਂ ਕਰੀ ਜਾਓ, ਜਿੰਨੀ ਮਰਜ਼ੀਆਂ ਡਿਸਕਸ਼ਨਸ ਕਰੀ ਜਾਓ, ਕਾਨੂੰਨ ਤੇ ਲਾਗੂ ਨਹੀਂ ਹੈਗੇ ਨਾ 1.5 ਸਾਲ। ਔਰ 1.5 ਸਾਲ ਦੇ ਵਿੱਚ ਗੱਲ ਨਹੀਂ ਬਣੇਗੀ ਤਾਂ ਅੰਦੋਲਨ ਜਾਰੀ ਰੱਖ ਸਕਦੇ ਹੋ, ਲੇਕਿਨ ਇੱਕ ਵਾਰੀ ਕਾਨੂੰਨ ਮੁਲਤਵੀ ਕਰਕੇ, ਅੰਦੋਲਨ ਖਤਮ ਕਰਕੇ ਗੱਲਬਾਤ ਸ਼ੁਰੂ ਕਰੀਏ। ਸੰਸਦ ਨੇ ਜੋ ਕਾਨੂੰਨ ਬਣਾਇਆ, ਸੰਸਦ ਦੀ ਵੀ ਗਰਿਮਾ ਹੈ। ਦੇਸ਼ ਦੇ ਅੰਦਰ ਸੰਵਿਧਾਨ ਹੈ, ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਬਣਾਇਆ, ਸਭ ਲੋਕ ਉਸ ਸੰਵਿਧਾਨ ਨੇ ਦੇਸ਼ ਦੀ ਪਾਰਲੀਮੈਂਟ ਨੂੰ ਅਧਿਕਾਰ ਦਿੱਤਾ। ਔਰ ਦੇਸ਼ ਦੇ ਅੰਦਰ ਕਿੰਨੀ ਵੱਡੀ ਜਨਸੰਖਿਆ ਹੈ ਕਿਸਾਨਾਂ ਦੀ। ਸੋ ਇਸ ਕਰਕੇ ਜਦੋਂ ਸਰਕਾਰ ਨੇ ਵਿਚਾਰ ਕਰਨਾ ਹੈ ਤਾਂ ਉਹਨਾਂ ਸਭ ਦਾ ਵਿਚਾਰ ਕਰਨਾ ਹੈ। ਲੇਕਿਨ ਇਸ ਕਰਕੇ ਮੈਨੂੰ ਲੱਗਦਾ ਕਿ ਯੂਨੀਅਨਾਂ ਨੂੰ ਆਪਣੀ ਜ਼ਿੱਦ ਛੱਡ ਕੇ ਇੱਕ ਕਦਮ ਅੱਗੇ ਵਧਣਾ ਚਾਹੀਦਾ। ਜਿਹੜੀ ਸਰਕਾਰ ਕਿਸਾਨਾਂ ਦੀ ਸਬਸਿਡੀ ਲਗਾਤਾਰ ਹਰ ਸਾਲ ਵਧਾ ਰਹੀ ਹੈ, ਹਰ ਸਾਲ ਤੁਸੀਂ ਦੇਖੋਗੇ 7 ਸਾਲ ਪਹਿਲਾਂ ਜੋ ਸਬਸਿਡੀ ਸੀ ਖੇਤੀ ਸੈਕਟਰ ਨੂੰ, ਐਗਰੀਕਲਚਰ ਸੈਕਟਰ ਨੂੰ, ਅੱਜ ਹੈ ਉਹ ਕਈ ਗੁਣਾ ਜ਼ਿਆਦਾ ਹੈ। ਅਸੀਂ ਹੁਣੇ DAP ਸਬਸਿਡੀ ਡਬਲ ਕੀਤੀ ਹੈ। ਉਹ ਬਿਜਲੀ ਤੇ ਸਬਸਿਡੀ ਕਿਉਂ ਖਤਮ ਕਰੇਗੀ? ਇਹ ਮਿਥ ਨੇ, ਇਹ ਕੁਪ੍ਰਚਾਰ ਨੇ, ਇੱਕ ਭਰਮ ਫੈਲਾਏ ਜਾ ਰਹੇ ਨੇ। ਕੋਈ ਸਬਸਿਡੀ ਖਤਮ ਕਰਨ ਦਾ ਵਿਚਾਰ ਨਹੀਂ, ਉਲਟਾ ਹੈ। ਮੋਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਜੋ ਕੈਪਟਨ ਅਮਰਿੰਦਰ ਨੇ ਕਮੇਟੀ ਬਣਾਈ ਸੀ,
ਉਹ ਕਮੇਟੀ ਦੀ ਰਿਪੋਰਟ ਕਹਿ ਰਹੀ ਹੈ ਕਿ ਬਿਜਲੀ ਸਬਸਿਡੀ ਖਤਮ ਕਰੋ। ਸਰਕਾਰ ਦਾ ਬਿੱਲ ਬਿਲਕੁਲ ਸਬਸਿਡੀ ਖਤਮ ਕਰਨ ਦਾ ਨਹੀਂ ਹੈ। ਸਬਸਿਡੀ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਹੈ। ਸਬਸਿਡੀ ਕਿਸਾਨਾਂ ਨੂੰ ਬਿਜਲੀ ਦੀ ਜਾਰੀ ਰਹੇਗੀ, ਵਧਾਉਣ ਦੀ ਲੋੜ ਪਏਗੀ ਹੋਰ ਵਧਾਵਾਂਗੇ, ਖਾਦ ਸਬਸਿਡੀ ਵਧਾਉਣ ਦੀ ਲੋੜ ਪਏਗੀ ਹੋਰ ਵਧਾਵਾਂਗੇ, ਬੀਜਾਂ ਦੇ ਸਬਸਿਡੀ ਵਧਾਉਣ ਦੀ ਲੋੜ ਪਏਗੀ ਹੋਰ ਵਧਾਵਾਂਗੇ। ਭਾਰਤੀ ਜਨਤਾ ਪਾਰਟੀ ਖੇਤੀ ਸੈਕਟਰ ਦੀ ਸਬਸਿਡੀ ਨੂੰ ਵਧਾਉਣ ਦੇ ਹੱਕ 'ਚ ਹੈ, ਪੂਰੇ ਦੇਸ਼ 'ਚ ਵਧਾ ਰਹੀ ਹੈ। ਤੁਸੀਂ ਮੈਨੂੰ ਦੱਸੋ, ਬਿੱਲ ਤੇ ਖੈਰ ਪੂਰੇ ਦੇਸ਼ ਲਈ ਆ ਰਿਹਾ ਹੈ, ਪੰਜਾਬ ਦੇ ਅੰਦਰ ਹਾਲਤ ਕੀ ਹੈ? ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਮਿਲ ਰਹੀ ਹੈ, ਕੰਜ਼ਿਊਮਰ ਨੂੰ ਵੀ, ਇੰਡਸਟਰੀਅਲਿਸਟ ਨੂੰ ਵੀ, ਔਰ ਉਹਦੇ ਬਾਵਜੂਦ ਪਾਵਰ ਸਪਲਾਈ ਦੀ ਹਾਲਤ ਕੀ ਹੈ? ਕਿਆ ਇਹਨੂੰ ਠੀਕ ਕਰਨ ਦੀ ਜ਼ਰੂਰਤ ਨਹੀਂ ਹੈ? ਕਿਆ ਕੋਈ ਐਸਾ ਕਾਨੂੰਨ ਨਹੀਂ ਬਣਨਾ ਚਾਹੀਦਾ ਕਿ ਜਿਹੜਾ ਬਿਜਲੀ ਸਪਲਾਇਰ ਹੈ ਉਹ 24 ਘੰਟੇ ਬਿਜਲੀ ਸਪਲਾਈ ਇੰਸ਼ੋਰ ਕਰੇ, ਉਹ ਤੋਂ ਉਹਨੂੰ ਕਾਨੂੰਨ ਨਾਲ ਬਾध्यਤਾ ਨਹੀਂ ਕਰਨੀ ਚਾਹੀਦੀ? ਹਿੰਦੁਸਤਾਨ 'ਚ ਬਿਜਲੀ ਜਿਸ ਰੇਟ ਤੇ ਮਿਲ ਰਹੀ ਹੈ, ਅੱਜ ਨੈਸ਼ਨਲ ਗ੍ਰਿਡ ਤੋਂ ਬਿਜਲੀ ਕਿੰਨੀ ਸਸਤੀ ਮਿਲ ਰਹੀ ਹੈ, ਪੰਜਾਬ 'ਚ ਉਸ ਤੋਂ ਮਹਿੰਗੀ ਕਿਉਂ ਮਿਲ ਰਹੀ ਹੈ? ਕਿਆ ਸਭ ਨੂੰ ਸਸਤੀ ਬਿਜਲੀ ਨਹੀਂ ਮਿਲਣੀ ਚਾਹੀਦੀ ਇੱਕ ਬਰਾਬਰ? ਸੋ ਹਰ ਵਿਸ਼ੇ ਤੇ ਸੁਧਾਰ ਕਰਨ ਦੀ ਲੋੜ ਹੁੰਦੀ। ਕੋਈ ਵੀ ਬਿੱਲ ਆ ਜਾਏ ਉਹਨੂੰ ਰੱਦ ਕਰ ਦਿਓ। ਬਈ ਕੋਈ ਬਿੱਲ ਆਂਦਾ ਭਲਾਈ ਲਈ ਆਂਦਾ ਹੈ, ਤੁਹਾਨੂੰ ਲੱਗਦਾ ਕਿ ਹਾਂ ਇਹਦੀਆਂ 4 ਚੀਜ਼ਾਂ ਠੀਕ ਨਹੀਂ ਆ ਵੀ ਇੱਥੇ ਬਹਿਸ ਕਰੋ। ਸਰਕਾਰ ਕੀ ਕਹਿ ਰਹੀ ਹੈ? ਆਓ ਨਾ ਪਾਰਲੀਮੈਂਟ 'ਚ ਬਹਿਸ ਕਰੋ। ਸੰਸਦ ਕਿਸ ਲਈ ਹੈ? ਸੰਸਦ ਹੈ ਬਹਿਸ ਕਰਨ ਲਈ। ਸੰਵਿਧਾਨ ਦੇ ਦਾਇਰੇ ਸਰਕਾਰ ਇੱਕ ਬਿੱਲ ਲੈ ਕੇ ਆਈ, ਵਿਰੋਧੀ ਧਿਰਾਂ ਨੇ ਆਉਣ, ਬਹਿਸ ਕਰਨ, ਡਿਸਕਸ਼ਨ ਹੋਵੇ, ਕੋਈ ਖਰਾਬ ਚੀਜ਼ ਹੋਏਗੀ ਹਟੇਗੀ, ਲੇਕਿਨ ਬਹਿਸ ਨਹੀਂ ਕਰਨੀ। 8 ਦਿਨ ਤੋਂ ਕੀ ਚੱਲ ਰਿਹਾ ਪਾਰਲੀਮੈਂਟ 'ਚ? ਰੌਲਾ ਰੱਪਾ, ਨਾਅਰੇਬਾਜ਼ੀ, ਜਿੰਦਾਬਾਦ ਮੁਰਦਾਬਾਦ। ਕਿਉਂ ਓਪੋਜੀਸ਼ਨ ਬਹਿਸ ਤੋਂ ਭੱਜ ਰਹੀ? ਮੈਂ ਇੱਕ ਗੱਲ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਇਹ ਲੱਗਦਾ ਕਿ ਸਰਕਾਰ ਗਲਤ ਕੰਮ ਕਰ ਰਹੀ ਹੈ? ਆਓ ਨਾ ਫਲੋਰ ਆਫ ਦੀ ਹਾਊਸ ਬਹਿਸ ਕਰਕੇ, ਦੇਸ਼ ਦੀ ਜਨਤਾ ਲਾਈਵ ਚੱਲਣਾ ਹੈ ਨਾ, ਉਤੇ ਲਾਈਵ ਟੈਲੀਕਾਸਟ ਹੈ, ਦੇਸ਼ ਦੇ 135 ਕਰੋੜ ਲੋਕਾਂ ਨੂੰ ਦੱਸੋ ਕਿ ਸਰਕਾਰ ਇਹ ਗਲਤ ਕਰ ਰਹੀ ਹੈ, ਐਕਸਪੋਜ਼ ਕਰੋ ਸਰਕਾਰ ਨੂੰ। ਕਿਉਂ ਨਹੀਂ ਬਹਿਸ ਕਰਦੇ? ਉਹਨਾਂ ਨੂੰ ਪਤਾ ਹੈ ਕਿ ਬਹਿਸ ਕਰਨ ਲਈ ਉਹਨਾਂ ਕੋਲੇ ਇਸ਼ੂ ਨਹੀਂ ਹੈ। ਬਹਿਸ ਕਰਨਗੇ ਤੇ ਦੇਸ਼ ਦੀ ਜਨਤਾ ਨੂੰ ਪਤਾ ਲੱਗੇਗਾ ਕਿ ਜੋ ਭਰਮ ਫੈਲਾ ਰਹੇ ਸੀ ਗੱਲ ਉਹ ਨਹੀਂ ਹੈ। ਜਦੋਂ ਬਹਿਸ ਕਰਨਗੇ ਕੰਟਰੈਕਟ ਫਾਰਮਿੰਗ ਐਕਟ ਤੇ ਪਤਾ ਲੱਗੇਗਾ ਕਿ ਜ਼ਮੀਨ ਤੇ ਤਾਂ ਕੰਟਰੈਕਟ ਹੀ ਨਹੀਂ ਹੋ ਸਕਦਾ, ਕੰਟਰੈਕਟ ਤੇ ਫਸਲ ਤੇ ਹੋਣਾ, ਫਿਰ ਜ਼ਮੀਨ ਕਿੱਦਾਂ ਇੱਥੇ ਆਈ ਜਾਏਗੀ? ਜਦੋਂ ਬਹਿਸ ਕਰਨਗੇ ਤੇ ਇਹ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਇਸ ਕਰਕੇ ਉਹ ਬਹਿਸ ਤੋਂ ਭੱਜ ਰਹੇ ਨੇ। ਅਸੀਂ ਤੇ ਬਹਿਸ ਚਾਹੁੰਦੇ ਹਾਂ ਨਾ, ਆਓ ਨਾ ਬਹਿਸ ਕਰੋ, ਦੱਸੋ ਦੇਸ਼ ਦੀ ਜਨਤਾ ਨੂੰ ਕਿ ਅਸੀਂ ਖਰਾਬ ਕਰ ਰਹੇ ਹਾਂ। ਲੇਕਿਨ ਉਹ ਬਹਿਸ ਨਹੀਂ ਕਰਨਗੇ ਕਿਉਂਕਿ ਭਰਮ ਫੈਲਾਣਾ ਹੈ, ਝੂਠ ਫੈਲਾਣਾ ਹੈ। ਬਹਿਸ ਕਰਕੇ ਝੂਠ ਫੈਲਾਇਆ ਨਹੀਂ ਜਾ ਸਕਦਾ, ਇਸ ਕਰਕੇ ਰੌਲਾ ਰੱਪਾ ਪਾਈ ਜਾਓ, ਝੂਠ ਦੀ ਦੁਕਾਨ ਚਲਾਈ ਜਾਓ, ਲੇਕਿਨ ਇਹ ਝੂਠ ਜ਼ਿਆਦਾ ਦੇਰ ਚੱਲਣਾ ਨਹੀਂ। ਔੜਕ ਸੱਚ ਰਹੇ, ਅਲਟੀਮੇਟਲੀ ਟਰੁੱਥ ਨੇ ਹੀ ਪ੍ਰੀਵੇਲ ਕਰਨਾ ਹੈ। ਸਤਿਅਮੇਵ ਜਯਤੇ, ਸੱਚ ਦੀ ਜਿੱਤ ਹੋਣੀ ਹੈ। ਔਰ ਤੁਸੀਂ ਦੇਖੋਗੇ ਬਹੁਤ ਜਲਦੀ, ਹੌਲੀ ਹੌਲੀ ਪੰਜਾਬ ਦੀ ਜਨਤਾ ਨੂੰ ਇਹ ਗੱਲ ਸਮਝ ਆ ਰਹੀ ਹੈ। ਤੁਸੀਂ ਮੈਨੂੰ ਦੱਸੋ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਆਇਆ, ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਕਿਸਾਨ ਦੇ ਖਾਤੇ ਸਿੱਧੇ ਪੈਸੇ ਪਾਣੇ ਆ। ਕੈਪਟਨ ਅਮਰਿੰਦਰ ਨੇ ਵਿਰੋਧ ਕੀਤਾ ਕਿ ਨਹੀਂ ਕੀਤਾ? ਕੈਪਟਨ ਅਮਰਿੰਦਰ ਦੇ ਮੰਤਰੀ ਜਾ ਕੇ ਪਿਊਸ਼ ਗੋਇਲ ਜੀ ਨੂੰ ਮਿਲੇ ਕਿ ਜੀ ਕਿਸਾਨਾਂ ਦੇ ਖਾਤੇ ਸਿੱਧੇ ਪੈਸੇ ਨਾ ਪਾਓ। ਉਹ ਆੜਤੀਆਂ ਨੇ ਕਿਹਾ, ਆੜਤੀਆਂ ਨੇ ਜਦੋਂ ਸੁਣੋ ਮੇਰੀ ਗੱਲ, ਪੰਜਾਬ ਦੇ ਆੜਤੀ ਤੇ ਕਿਸਾਨ ਭਾਈਚਾਰੇ ਨੂੰ ਬੜਾ ਢਾਹ ਲੱਗ ਜਾਣੀ ਆ। ਨਵਜੋਤ ਸਿੰਘ ਸਿੱਧੂ ਨੇ ਪਟਿਆਲੇ 'ਚ ਪ੍ਰੈਸ ਕਾਨਫਰੰਸ ਕੀਤੀ, 1.5 ਘੰਟਾ ਮੈਂ ਸੁਣੀ ਉਹਨੇ। ਅੱਜ ਕੇਂਦਰ ਸਰਕਾਰ ਆਪਣੀ ਜ਼ਿੱਦ ਤੇ ਕਾਇਮ ਰਹੀ, ਪੰਜਾਬ ਦੇ 8.5 ਲੱਖ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਏ। ਮੈਨੂੰ ਦੱਸੋ ਕਿਸਾਨ ਦਾ ਨੁਕਸਾਨ ਹੋਇਆ ਕਿਆ? ਇੱਕ ਵੀ ਕਿਸਾਨ ਦਾ ਨੁਕਸਾਨ ਹੋਇਆ ਕਿਆ? ਅੱਜ ਕੈਪਟਨ ਸਾਹਿਬ ਵੱਡੇ ਵੱਡੇ ਬੋਰਡ ਲਾ ਰਿਹਾ ਕਿਸਾਨਾਂ ਦੇ ਖਾਤੇ 'ਚ ਸਿੱਧੇ ਪੈਸੇ ਪਾਤੇ। ਉਹ ਪੈਸੇ ਤਾਂ ਪਾਏ ਮੋਦੀ ਸਰਕਾਰ ਨੇ, ਤੁਸੀਂ ਤਾਂ ਖਿਲਾਫਤ ਕਰ ਰਹੇ ਸੀ। ਇਹ ਭਰਮ ਜ਼ਿਆਦਾ ਦੇਰ ਨਹੀਂ ਚੱਲਣਾ। ਜਿੱਦਾਂ ਸਿੱਧੇ ਖਾਤਿਆਂ 'ਚ ਪੈਸੇ ਪਾਏ ਯਾਰ, ਕਿਸਾਨ ਨੂੰ ਸਮਝ ਆ ਗਿਆ। ਤੁਸੀਂ ਦੇਖਣਾ ਹੌਲੀ ਹੌਲੀ ਕਿਸਾਨ ਨੂੰ ਸਮਝ ਆ ਜਾਣਾ ਕਿ ਖੇਤੀ ਕਾਨੂੰਨ ਵੀ ਸਾਡੇ ਲਾਹੇ ਦੇ ਸੀ। ਜੋ ਭਰਮ ਫੈਲਾਏ ਗਏ ਇਹ ਸਾਰੇ ਭਰਮ ਝੂਠੇ ਆ। ਇਸ ਕਰਕੇ ਰੌਲਾ ਰੱਪਾ ਪਾਉਂਦੇ ਆ, ਇਸ ਕਰਕੇ ਬਹਿਸ ਤੋਂ ਭੱਜਦੇ ਆ। ਅਸੀਂ ਬਹਿਸ ਲਈ ਤਿਆਰ ਆ, ਅਸੀਂ ਕੱਲ ਵੀ ਤਿਆਰ ਸੀ, ਅੱਜ ਵੀ ਤਿਆਰ ਹੈ। ਅਸੀਂ ਯੂਨੀਅਨ ਨੂੰ ਵੀ ਇਹ ਗੱਲ ਕਹਿ ਰਹੇ ਹਾਂ, ਆਓ ਨੈਗੋਸੀਏਸ਼ਨ ਕਰੀਏ, ਆਓ ਬੈਠ ਕੇ ਕਮੇਟੀ ਬਣਾ ਕੇ ਇੱਕ ਮਤ ਤੇ ਵਿਚਾਰ ਕਰੀਏ। ਜਿਹੜੀਆਂ ਨਹੀਂ ਠੀਕ ਹੋਣਗੀਆਂ, ਜਿਹੜੀਆਂ ਤੁਹਾਨੂੰ ਲੱਗਦਾ ਹੋਣਗੀਆਂ, ਅਸੀਂ ਉਹ ਬਦਲਾਂਗੇ, ਅਸੀਂ ਸੋਧ ਕਰਾਂਗੇ। ਹਮੇਸ਼ਾ ਸੁਧਾਰ ਦੀ ਗੁੰਜਾਇਸ਼ ਹੈ। ਮੈਂ ਅੱਜ ਵੀ ਇਹ ਕਹਿ ਰਿਹਾ, ਕੋਈ ਵੀ ਬਿੱਲ, ਕੋਈ ਵੀ ਕਾਨੂੰਨ ਬਣਦਾ, ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਅਸੀਂ ਉਸ ਗੱਲ ਨੂੰ ਸਵੀਕਾਰ ਕਰ ਰਹੇ ਹਾਂ। ਕੋਈ ਵੀ ਸੁਧਾਰ ਦੀ ਗੁੰਜਾਇਸ਼ ਹੈ, ਅਸੀਂ ਉਹ 'ਚ ਸੁਧਾਰ ਕਰਾਂਗੇ। ਲੇਕਿਨ ਖੇਤੀ ਦੀ ਬਿਹਤਰੀ ਲਈ ਨਵੇਂ ਕਾਨੂੰਨ ਬਣਾਉਣੇ ਬੜੇ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਪਿਛਲੇ 15-20 ਸਾਲਾਂ ਤੋਂ ਖੁਦਕੁਸ਼ੀਆਂ ਵੱਧ ਰਹੀਆਂ, ਕਰਜ਼ਾ ਵੱਧ ਰਿਹਾ ਹੈ, ਖੇਤੀ ਲਾਹੇਵੰਦ ਸੌਦਾ ਨਹੀਂ ਰਹੀ। ਇਸ ਕਰਕੇ ਇਹਨਾਂ ਹਾਲਾਤਾਂ ਨੂੰ ਬਦਲਣ ਲਈ ਨਵਾਂ ਸਿਸਟਮ, ਨਵੇਂ ਕਾਨੂੰਨ ਬਣਾਉਣੇ ਪੈਣੇ ਆ। ਹਾਂ, ਉਹ ਕਾਨੂੰਨ ਕਿਵੇਂ ਬਿਹਤਰ ਬਣਨ, ਉੱਤੇ ਬਹਿਸ ਵੀ ਹੋਵੇ, ਚਰਚਾ ਵੀ ਹੋਵੇ, ਸਭ ਦੀ ਸਰਵਸੰਮਤੀ ਬਣੇ, ਕਾਨੂੰਨ ਬਣਨ। ਅਸੀਂ ਇਸ ਗੱਲ ਲਈ ਤਿਆਰ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਧਰਮਸੋਤ ਜੀ ਦੀ ਮੰਤਰਾਲੇ 'ਚ ਘੁਟਾਲਾ ਹੋਇਆ, ਇਹ ਗੱਲ ਕੇਂਦਰ ਦੀ ਏਜੰਸੀ ਨੇ ਕਹੀ? ਕਿੰਨੇ ਕਹੀ? ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੇ ਰਿਪੋਰਟ ਦਿੱਤੀ ਕਿ ਇਹ ਘੁਟਾਲਾ ਹੋਇਆ ਸਕਾਲਰਸ਼ਿਪ 'ਚ, ਪੋਸਟ ਮੈਟ੍ਰਿਕਸ਼ਿਪ 'ਚ। ਉਸ ਘੁਟਾਲੇ ਦੀ ਜਾਂਚ ਸ਼ੁਰੂ ਹੋਈ, ਅਸੀਂ ਤਾਂ ਨਹੀਂ ਕੀਤੀ। ਹੋਇਆ ਕਿ ਦੇਖੋ, ਜਿਸ ਮੰਤਰੀ ਤੇ ਆਰੋਪ ਹੈ ਉਹਦੇ ਮਤਾਹਤ ਇੱਕ ਹੋਰ ਅਫਸਰ ਨੂੰ ਇਨਕੁਆਇਰੀ ਕਮੇਟੀ ਦਿੱਤੀ, ਉਹਨੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ। ਜਿਸ ਅਫਸਰ ਨੇ ਵਿਚਾਰੇ ਨੇ ਆਵਾਜ਼ ਉਠਾਈ ਸੀ ਉਹਦਾ ਤਬਾਦਲਾ ਕਰਤਾ। ਪੈਸਾ ਕੇਂਦਰ ਸਰਕਾਰ ਦਾ, ਗਰੀਬ ਦਲਿਤ ਵਿਦਿਆਰਥੀਆਂ ਲਈ ਆਇਆ, ਉਹ ਪੈਸਾ ਖਾ ਗਏ। ਕਿਆ ਉਹਦਾ ਹਿਸਾਬ ਕੇਂਦਰ ਨੂੰ ਨਹੀਂ ਮੰਗਣਾ ਚਾਹੀਦਾ? ਕਿਆ ਉਹ ਦਲਿਤ ਗਰੀਬ ਬੱਚਿਆਂ ਦੇ ਹੱਕ ਦੇ ਪੈਸੇ ਦਾ ਹਿਸਾਬ ਕੇਂਦਰ ਨੇ ਨਹੀਂ ਮੰਗਣਾ? ਕਿਉਂ ਨਹੀਂ ਮੰਗਣਾ? ਲੇਕਿਨ ਇਹ ਦਸਤਾਵੇਜ਼ ਵੀ ਦੇਣ ਨੂੰ ਤਿਆਰ ਨਹੀਂ। ਅਗਰ ਪੰਜਾਬ ਸਰਕਾਰ ਇਨਸਾਫ ਕਰ ਦਿੰਦੀ ਨਾ, ਪੰਜਾਬ ਸਰਕਾਰ ਉਹਦੀ ਜਾਂਚ ਕਰਾ ਲੇ, ਪੰਜਾਬ ਸਰਕਾਰ ਕਿਸੇ ਰਿਟਾਇਰਡ ਹਾਈ ਕੋਰਟ ਦੇ ਜਸਟਿਸ ਕੋਲੋਂ ਜਾਂਚ ਕਰਾ ਲੇ, ਕਰਾਏ ਨਾ ਜਾਂਚ, ਆਪਣੇ ਮੁਤਾਬਕ ਅਫਸਰ ਕੋਲੋਂ ਜਾਂਚ ਕਰਾ ਕੇ ਕਲੀਨ ਚਿੱਟ ਦਿਓਗੇ ਤੇ ਕੇਂਦਰ ਦੀ ਏਜੰਸੀ ਨੂੰ ਧਿਆਣਾ ਪਏਗਾ ਨਾ, ਕਿਉਂਕਿ ਜਨਤਾ ਦਾ ਪੈਸਾ ਹੈ, ਕੇਂਦਰ ਸਰਕਾਰ ਦਾ ਪੈਸਾ ਹੈ, ਜਨਤਾ ਦੇ ਗਾੜੇ ਖੂਨ ਪਸੀਨੇ, ਮੇਰੇ ਤੁਹਾਡੇ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਦਾ ਪੈਸਾ ਹੈ। ਇਸ ਲਈ ਉਸ ਪੈਸੇ ਨੂੰ
ਘੁਟਾਲਾ ਨਹੀਂ ਕਰਨ ਦਿੱਤਾ ਜਾਏਗਾ। ਇਹ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਇਹ ਸਾਰਾ ਪੈਸਾ ਇਹਨਾਂ ਦੇ ਹਲਕ ਚੋਂ ਕੱਢਣਾ ਹੈ ਅਸੀਂ, ਜਿਹੜਾ ਗਰੀਬਾਂ ਦਾ ਖਾਇਆ ਇਹਨਾਂ ਨੇ। ਜਿੰਨੇ ਘੁਟਾਲਿਆਂ ਦੇ ਆਰੋਪ ਲੱਗ ਰਹੇ ਆ ਸਰਕਾਰ ਦੇ ਉੱਤੇ, ਕੌਣ ਲਗਾ ਰਿਹਾ? ਗੁਰਮੀਤ ਰਾਣਾ ਸੋਢੀ ਤੇ ਆਰੋਪ ਕੌਣ ਲਾ ਰਿਹਾ? ਕਾਂਗਰਸ ਦਾ ਪੂਰਵ ਅਧਿਕਸ਼ ਪ੍ਰਧਾਨ ਜਾਖੜ। ਇਸ ਤੋਂ ਪਹਿਲਾਂ ਕੁਲਬੀਰ ਜੀਰਾ ਨੇ ਕੀ ਆਰੋਪ ਲਾਏ? ਡਰੱਗ ਮਾਫੀਆ ਦੇ ਆਰੋਪ ਲਗਾਏ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਕੀ ਆਰੋਪ ਲਗਾਏ? ਇਸ ਤੋਂ ਪਹਿਲਾਂ ਇਹਨਾਂ ਦੇ ਮੰਤਰੀ ਨੇ ਆਸ਼ੂ ਜੀ, ਉਹਨਾਂ ਦੀ ਪਤਨੀ ਨੇ ਕੀ ਆਰੋਪ ਲਗਾਏ? ਜਿਹੜੇ ਅੱਜ ਕੱਲ੍ਹ ਦੇ ਸਾਡੇ ਮੌਜੂਦਾ ਪ੍ਰਧਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਜੀ, ਉਹਨਾਂ ਨੇ ਕੀ ਆਰੋਪ ਲਾਏ ਆ ਪਿਛਲੇ 3 ਮਹੀਨਿਆਂ 'ਚ ਟਵੀਟ ਕਰਕੇ? ਆਪਣੀ ਸਰਕਾਰ ਤੇ ਆਪੇ ਹੀ ਆਰੋਪ ਲਾ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਭ੍ਰਿਸ਼ਟਾਚਾਰ ਇੰਨਾ ਬੁਰੀ ਤਰ੍ਹਾਂ ਨਾਲ ਹੋਇਆ ਹੈ, ਇੰਨੀ ਲੁੱਟ ਹੋਈ ਹੈ ਪੰਜਾਬ ਦੀ ਇਹਨਾਂ 4.5 ਸਾਲਾਂ 'ਚ। ਚਾਹੇ ਉਹ ਰੇਤਾ ਮਾਫੀਆ ਨੇ ਕੀਤੀ, ਚਾਹੇ ਉਹ ਡਰੱਗ ਮਾਫੀਆ ਨੇ ਕੀਤੀ, ਚਾਹੇ ਉਹ ਸ਼ਰਾਬ ਮਾਫੀਆ ਨੇ ਕੀਤੀ, ਚਾਹੇ ਉਹ ਟਰਾਂਸਪੋਰਟ ਮਾਫੀਆ ਨੇ ਕੀਤੀ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਹੋਈ, ਚਾਹੇ ਉਹ ਇੰਡਸਟਰੀ ਮਹਿਕਮੇ 'ਚ ਘੁਟਾਲੇ ਹੋਏ। ਇਹ ਸਾਰੀ ਲੁੱਟ ਦੀ ਹਿੱਸੇਦਾਰੀ ਦੀ ਲੜਾਈ ਹੈ ਅਸਲ 'ਚ। ਜਿਹਨੂੰ ਹਿੱਸਾ ਨਹੀਂ ਮਿਲਿਆ ਉਹ ਹੁਣ ਰੌਲਾ ਪਾ ਰਿਹਾ। ਇਹ ਬੇਸਿਕਲੀ ਅਲੀ ਬਾਬਾ ਚਾਲੀ ਚੋਰ ਦੀ ਸਰਕਾਰ ਹੈ। ਇਹਦਾ ਸਰਗਨਾ ਜਿਹੜਾ ਕੈਪਟਨ ਅਮਰਿੰਦਰ ਹੈ। ਹੁਣ ਲੜਾਈ ਹੈ ਕਿ ਸਰਗਨਾ ਕੌਣ ਬਣੇਗਾ। ਹੁਣ ਸਰਗਨਾ ਸਿੱਧੂ ਸਾਹਿਬ ਬਣਨਾ ਚਾਹੁੰਦੇ ਆ। ਇਹ ਲੜਾਈ ਲੁੱਟ ਦੀ ਲੜਾਈ ਹੈ। ਜਨਤਾ ਇਸ ਗੱਲ ਨੂੰ ਸਮਝ ਰਹੀ ਹੈ। ਉਹ ਇਹਨਾਂ ਦੇ ਹੁਣ ਭਲਾ ਖਿੱਚ ਨਹੀਂ ਆਉਣੀ। ਇਹਨਾਂ ਨੂੰ ਲੱਗਦਾ ਵੀ ਹੁਣ ਕੈਪਟਨ ਅਮਰਿੰਦਰ ਦੇ ਸਿਰ ਭਾਂਡਾ ਫੋੜ ਦਿਓ ਤੇ ਨਵਜੋਤ ਜਿਹੜੇ ਝੂਠ ਪਹਿਲੀ ਵਾਰੀ ਕੈਪਟਨ ਸਾਹਿਬ ਨੇ ਬੋਲੇ ਸੀ, ਐਰਕੀ ਉਹ ਝੂਠ ਸਿੱਧੂ ਸਾਹਿਬ ਕੋ ਬੁਲਾ ਦਿਓ ਤੇ ਲੋਕਾਂ ਨੂੰ ਫਿਰ ਮੂਰਖ ਬਣਾ ਲਓ। ਪੰਜਾਬ ਦੀ ਜਨਤਾ ਏਡੀ ਮੂਰਖ ਨਹੀਂ ਹੈ। ਉਹ ਠੀਕ ਹੈ, ਇੱਕ ਵਾਰ ਤੁਹਾਡੇ ਝਾਂਸੇ 'ਚ ਆ ਗਈ, ਪਰ ਉਹ ਗੱਲ ਆ ਨਹੀਂ, ਕਾਠ ਦੀ ਆਂਡੀ ਬਾਰ-ਬਾਰ ਨਹੀਂ ਚੜ੍ਹਦੀ, ਐਰਕੀ ਨਹੀਂ ਚੜ੍ਹਨੀ। ਇਹ ਤਾਂ ਜੀ ਦੇਖੋ ਆਉਣ ਵਾਲਾ ਸਮੇਂ ਦੱਸੇਗਾ ਕਿ ਨੁਕਸਾਨ ਕਿਹਨੂੰ ਹੋਇਆ, ਲੇਕਿਨ ਬੀਜੇਪੀ ਨੂੰ ਤਾਂ ਫਾਇਦਾ ਹੀ ਫਾਇਦਾ ਹੈ, ਹਰ ਪੱਖੋਂ ਫਾਇਦਾ ਹੈ। ਕਾਂਗਰਸ ਦੀ ਜੋ ਲੜਾਈ ਹੈ, ਕਾਂਗਰਸ ਦੀ ਜੋ ਨਲਾਇਕੀਆਂ ਹੈ, ਕਾਂਗਰਸ ਦੀ ਸਰਕਾਰ ਦੀਆਂ ਜੋ ਫੇਲੂਅਰਸ ਹੈ, ਅਸੀਂ ਜਿੰਨੇ ਜ਼ੋਰ ਨਾਲ ਰੱਖ ਰਹੇ ਹਾਂ, ਇਹਨਾਂ ਦੇ ਨੇਤਾ ਆਪ ਵੀ ਰੱਖ ਰਹੇ ਨੇ। ਜਨਤਾ ਫੈਸਲਾ ਕਰੇਗੀ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਾਂਗਰਸ ਕਿਸੇ ਨੂੰ ਪ੍ਰਧਾਨ ਬਣਾ ਲੇ, ਕਿਸੇ ਨੂੰ ਮੁੱਖ ਮੰਤਰੀ ਬਣਾ ਲੇ, ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਲੇ, ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ। ਇਹ ਗੱਲ ਤੇ ਪੱਕੀ ਹੈ।